मेरे ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਚਾਈਲਡ ਡਿਵੈਲਪਮੈਂਟ ਅਤੇ ਪੈਡਾਗੋਗੀ ਸ਼ੁਰੂ ਕੀਤੀ ਹੈ। ਪਿਛਲੀ ਵੀਡੀਓ ਵਿੱਚ ਅਸੀਂ ਵਾਧਾ ਅਤੇ ਵਿਕਾਸ ਬਾਰੇ ਪੜ੍ਹਿਆ ਸੀ। ਅੱਜ ਅਸੀਂ 0 ਤੋਂ 6 ਸਾਲ ਦੇ ਬੱਚਿਆਂ ਦੇ ਵਿਕਾਸ ਦੇ ਵੱਖਰੇ ਪੜਾਵਾਂ ਬਾਰੇ ਪੜਾਂਗੇ। ਤਾਂ ਸ਼ੁਰੂ ਕਰਦੇ ਹਾਂ। ਗਰੋਥ ਐਂਡ ਡਿਵੈਲਪਮੈਂਟ ਮੋਨੀਟਰਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਵਾਧੇ ਨੂੰ ਵੇਖ ਵੀ ਸਕਦੇ ਹਾਂ ਅਤੇ ਮਾਪ ਵੀ ਸਕਦੇ ਹਾਂ। ਹੁਣ ਅਸੀਂ ਦੇਖਾਂਗੇ ਕਿ ਇਸ ਦੀ ਮੋਨੀਟਰਿੰਗ ਕਿਵੇਂ ਕੀਤੀ ਜਾ ਸਕਦੀ ਹੈ। ਵਿਕਾਸ ਦਰ ਦਾ ਮੁਲਾਂਕਣ। ਸਭ ਤੋਂ ਪਹਿਲਾਂ ਅਸੀਂ ਅਸੈਸਮੈਂਟ ਦੀ ਗੱਲ ਕਰੀਏ ਤਾਂ ਸਰੀਰਕ ਵਾਧੇ ਦਾ ਮੁਲਾਂਕਣ ਐਂਥਰੋਪੋਮੈਟ੍ਰਿਕ ਮਾਪ ਅਤੇ ਸਰੀਰਕ ਵਾਧੇ ਦੀ ਗਤੀ ਦੇ ਅਧਿਐਨ ਦੁਆਰਾ ਕੀਤਾ ਜਾ ਸਕਦਾ ਹੈ। ਤਾਂ ਜਦੋਂ ਅਸੀਂ ਬੱਚੇ ਦਾ ਮਾਪ ਲਿਖਾਂਗੇ ਤਾਂ ਉਸ ਵਿੱਚ ਅਸੀਂ ਉਸ ਦੇ ਸਿਰ ਦਾ ਘੇਰਾ, ਉਸ ਦੀ ਲੰਬਾਈ ਕਿੰਨੀ ਹੈ, ਇਹ ਸਾਰਾ ਕੁਝ ਦੇਖਾਂਗੇ। ਤਾਂ ਉਸ ਦੇ ਮਤਲਬ ਸਿਰ ਦੇ ਘੇਰੇ ਵਿੱਚ, ਉਸ ਦੀ ਲੰਬਾਈ ਵਿੱਚ, ਉਸ ਦੇ ਭਾਰ ਵਿੱਚ ਕੀ ਤਬਦੀਲੀਆਂ ਆ ਰਹੀਆਂ ਹਨ, ਇਹ ਸਾਰੀਆਂ ਚੀਜ਼ਾਂ ਅਸੀਂ ਅਸੈਸਮੈਂਟ ਵਿੱਚ ਲੈ ਕੇ ਚੱਲਾਂਗੇ। ਵਿਕਾਸ ਦੇ ਵੱਖਰੇ ਮਾਪਦੰਡਾਂ ਦੀ ਮਾਪ ਬੱਚਿਆਂ ਦੀ ਦੇਖਭਾਲ ਵਿੱਚ ਮਹੱਤਵਪੂਰਨ ਜ਼ਿੰਮੇਵਾਰੀ ਹੈ। ਇਹ ਜੋ ਅਸੈਸਮੈਂਟ ਆਫ ਗਰੋਥ ਹੈ, ਇਹ ਬੱਚੇ ਦੇ ਵਿਕਾਸ ਦੇ ਵੱਖਰੇ ਮਾਪਦੰਡਾਂ ਬਾਰੇ ਸਾਨੂੰ ਦੱਸਦੀ ਹੈ, ਜਿਸ ਨਾਲ ਅਸੀਂ ਬੱਚਿਆਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰ ਸਕਦੇ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਵਜ਼ਨ ਦੀ ਗੱਲ ਕਰਾਂਗੇ। ਭਾਰ ਵਿਕਾਸ ਦੇ ਮੁਲਾਂਕਣ ਲਈ ਸਭ ਤੋਂ ਉੱਤਮ ਮਾਪਦੰਡਾਂ ਵਿੱਚੋਂ ਇੱਕ ਹੈ ਅਤੇ ਬੱਚੇ ਦੀ ਸਿਹਤ ਅਤੇ ਪੋਸ਼ਣ ਸੰਬੰਧੀ ਸਥਿਤੀ ਦਾ ਇੱਕ ਵਧੀਆ ਸੰਕੇਤਕ ਹੈ। ਭਾਰਤੀ ਬੱਚਿਆਂ ਵਿੱਚ ਜਨਮ ਦੇ ਸਮੇਂ ਨਵ ਜਨਮ ਬੱਚੇ ਦੇ ਪੂਰੇ ਸ਼ਬਦਾਂ ਦਾ ਭਾਰ ਲਗਭਗ 2.5 ਕਿਲੋ ਤੋਂ 3.5 ਕਿਲੋ ਤੱਕ ਹੁੰਦਾ ਹੈ। ਇੱਕ ਨਾਰਮਲ ਬੱਚੇ ਦਾ ਵਜ਼ਨ ਕਿੰਨਾ ਹੋਣਾ ਚਾਹੀਦਾ ਹੈ ਅਤੇ ਕਿੰਨਾ ਵਧਣਾ ਚਾਹੀਦਾ ਹੈ, ਇਸ ਵਿੱਚ ਇਹ ਸਾਰੇ ਐਸਪੈਕਟਸ ਆ ਜਾਂਦੇ ਹਨ। ਜ਼ਿੰਦਗੀ ਦੇ ਪਹਿਲੇ ਹਫ਼ਤੇ ਤਕਰੀਬਨ 10% ਭਾਰ ਘੱਟ ਹੋਣਾ ਹੈ, ਜੋ ਕਿ 10 ਦਿਨਾਂ ਦੀ ਉਮਰ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਪਹਿਲੇ ਵੀਕ ਵਿੱਚ 10 ਦਿਨਾਂ ਦੇ ਅੰਦਰ ਉਸ ਦਾ ਭਾਰ ਹੈ ਜੋ ਘਟਦਾ ਹੈ, ਅਤੇ ਫਿਰ ਬਾਅਦ ਵਿੱਚ 10 ਦਿਨਾਂ ਦੇ ਬਾਅਦ ਉਹ ਦੁਬਾਰਾ ਜਿੰਨਾ ਉਸ ਦੇ ਜਨਮ ਸਮੇਂ ਸੀ ਓਨਾ ਪੂਰਾ ਹੋ ਜਾਂਦਾ ਹੈ। ਤਦ ਭਾਰ 1 ਤੋਂ 3 ਮਹੀਨੇ ਤੱਕ 25 ਤੋਂ 30 ਗ੍ਰਾਮ ਪ੍ਰਤੀ ਦਿਨ ਵੱਧਦਾ ਹੈ ਅਤੇ 1 ਸਾਲ ਦੀ ਉਮਰ ਤੱਕ 400 ਗ੍ਰਾਮ ਪ੍ਰਤੀ ਮਹੀਨਾ ਵੱਧਦਾ ਹੈ। ਬੱਚਿਆਂ ਦਾ ਭਾਰ 5 ਮਹੀਨਿਆਂ ਤੱਕ ਜਨਮ ਦੇ ਭਾਰ ਦਾ 2 ਗੁਣਾ ਵੱਧਦਾ ਹੈ। 1 ਸਾਲ ਵਿੱਚ 3 ਗੁਣਾ, 2 ਸਾਲ ਵਿੱਚ 4 ਗੁਣਾ ਅਤੇ 3 ਸਾਲ ਵਿੱਚ 5 ਗੁਣਾ, 5 ਸਾਲ ਵਿੱਚ 6 ਗੁਣਾ, 7 ਸਾਲ ਵਿੱਚ 7 ਗੁਣਾ ਅਤੇ 10 ਸਾਲ ਵਿੱਚ 10 ਗੁਣਾ ਵੱਧਦਾ ਹੈ। ਤਦ ਜਵਾਨੀ ਦੇ ਸਮੇਂ ਵਜ਼ਨ ਤੇਜ਼ੀ ਨਾਲ ਵੱਧਦਾ ਹੈ ਅਤੇ ਇਸ ਦੇ ਬਾਅਦ ਬਾਲਗ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ। ਤਾਂ ਜਵਾਨੀ ਦੇ ਸਮੇਂ ਜਿਹੜਾ ਵਜ਼ਨ ਹੈ ਉਹ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਦੇ ਆਕਾਰ ਵਿੱਚ ਵੀ ਕੀ ਹੈ, ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਗੱਲ ਕਰਾਂਗੇ ਲੰਬਾਈ ਅਤੇ ਉਚਾਈ ਦੀ। ਅਸੀਂ ਸਟਾਰਟਿੰਗ ਵਿੱਚ ਹੀ ਪੜ੍ਹਿਆ ਸੀ ਕਿ ਫਿਜ਼ੀਕਲ ਗਰੋਥ ਬੱਚੇ ਦੇ ਭਾਰ, ਲੰਬਾਈ ਅਤੇ ਆਕਾਰ ਵਿੱਚ ਆਉਣ ਵਾਲਾ ਪਰਿਵਰਤਨ ਹੈ। ਕੱਦ ਦਾ ਵਾਧਾ ਪਿੰਜਰ ਵਿਕਾਸ ਦਰ ਨੂੰ ਦਰਸਾਉਂਦਾ ਹੈ। ਪਿੰਜਰ ਵਿਕਾਸ ਮਤਲਬ ਸਕੈਲਟਨ ਗਰੋਥ। ਉਸ ਦੇ ਹੱਡੀਆਂ ਵਿੱਚ ਕੀ ਤਬਦੀਲੀਆਂ ਆ ਰਹੀਆਂ ਹਨ, ਉਸ ਦੀ ਹੱਡੀਆਂ ਦੀ ਗਰੋਥ ਪ੍ਰੋਪਰਲੀ ਹੋ ਰਹੀ ਹੈ ਜਾਂ ਨਹੀਂ। ਉਚਾਈ ਵਿੱਚ ਸਾਲਾਨਾ ਵਾਧਾ ਹੌਲੀ ਜਨਮ ਤੋਂ ਪਰਿਪੱਕਤਾ ਤੱਕ ਘਟਦਾ ਜਾਂਦਾ ਹੈ। ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਸਾਡੇ ਕੱਦ ਵਿੱਚ ਵਾਧਾ ਹੋਣਾ ਘਟਦਾ ਜਾਂਦਾ ਹੈ। ਜਦੋਂ ਅਸੀਂ ਛੋਟੇ ਹਾਂ ਤਾਂ ਸਾਡੇ ਕੱਦ ਵਿੱਚ ਜਿਹੜਾ ਵਾਧਾ ਹੈ ਉਹ ਤੇਜ਼ੀ ਨਾਲ ਹੁੰਦਾ ਹੈ, ਪਰ ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸਾਡੀ ਉਮਰ ਜਿਹੜੀ ਹੈ ਵੱਧਦੀ ਜਾਂਦੀ ਹੈ, ਸਾਡੇ ਕੱਦ ਦਾ ਵਧਣਾ ਘੱਟ ਹੋ ਜਾਂਦਾ ਹੈ। ਕੱਦ ਵਧਣ ਦੀ ਦਰ ਪਹਿਲਾਂ ਨਾਲੋਂ ਤੇਜ਼ ਹੁੰਦੀ ਹੈ ਅਤੇ ਹੌਲੀ ਘਟਦੀ ਜਾਂਦੀ ਹੈ। ਪਹਿਲਾਂ ਤੇਜ਼ ਹੁੰਦੀ ਹੈ, ਫਿਰ ਘਟਦੀ ਜਾਂਦੀ ਹੈ। ਜਿਵੇਂ ਬੱਚਾ ਪਹਿਲੇ ਸਾਲ ਮੰਨ ਲਓ 2 ਸੈਂਟੀਮੀਟਰ ਵਧਿਆ, ਤਾਂ ਜ਼ਰੂਰੀ ਨਹੀਂ ਹੈ ਕਿ ਉਹ ਹਰੇਕ ਸਾਲ 2 ਸੈਂਟੀਮੀਟਰ ਹੀ ਵਧੇਗਾ, ਠੀਕ ਹੈ। ਅਗਲੇ ਸਾਲ ਉਹ 1 ਸੈਂਟੀਮੀਟਰ ਵਧੇਗਾ, ਫਿਰ ਹੌਲੀ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਤੰਦਰੁਸਤ ਭਾਰਤੀ ਨਵ ਜੰਮੇ ਬੱਚੇ ਦੀ ਜਨਮ ਸਮੇਂ ਔਸਤਨ ਲੰਬਾਈ ਜਿਹੜੀ ਹੈ 50 ਸੈਂਟੀਮੀਟਰ ਹੁੰਦੀ ਹੈ। ਇਹ 3 ਮਹੀਨੇ ਤੇ 60 ਸੈਂਟੀਮੀਟਰ, 9 ਮਹੀਨੇ ਦੇ 70 ਸੈਂਟੀਮੀਟਰ ਅਤੇ 1 ਸਾਲ ਦੀ ਉਮਰ ਵਿੱਚ 75 ਸੈਂਟੀਮੀਟਰ ਹੋ ਜਾਂਦੀ ਹੈ। ਦੂਜੇ ਸਾਲ ਵਿੱਚ 12 ਸੈਂਟੀਮੀਟਰ ਦਾ ਵਾਧਾ ਹੁੰਦਾ ਹੈ। ਤੀਜੇ ਸਾਲ ਇਹ 9 ਸੈਂਟੀਮੀਟਰ, ਚੌਥੇ ਸਾਲ ਇਹ 7 ਸੈਂਟੀਮੀਟਰ ਅਤੇ 5ਵੇਂ ਸਾਲ ਵਿੱਚ ਇਹ 6 ਸੈਂਟੀਮੀਟਰ ਹੁੰਦਾ ਹੈ। ਇਸ ਲਈ ਬੱਚਾ
4 ਤੋਂ 4.5 ਸਾਲ ਦੀ ਉਮਰ ਤੱਕ ਜਨਮ ਤੋਂ ਦੁੱਗਣਾ ਅਤੇ ਜਵਾਨੀ ਦੇ ਸ਼ੁਰੂ ਹੋਣ ਤੱਕ ਹਰ ਸਾਲ ਲਗਭਗ 5 ਸੈਂਟੀਮੀਟਰ ਵਾਧਾ ਹੁੰਦਾ ਹੈ। ਦੇਖੋ ਇਸ ਤਰ੍ਹਾਂ ਬੱਚੇ ਦੀ ਲੰਬਾਈ ਮਾਪੀ ਜਾਂਦੀ ਹੈ। ਇਸ ਤਰ੍ਹਾਂ ਬੱਚੇ ਨੂੰ ਲਿਟਾ ਕੇ ਮਾਪਿਆ ਜਾਂਦਾ ਹੈ, ਕਿਉਂਕਿ ਜਦੋਂ ਬੱਚਾ ਖੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸਨੂੰ ਬਾਰ ਨਾਲ ਜਿਵੇਂ ਕਿ ਮਾਪ ਵਗੈਰਾ ਤੇ ਮਾਪਿਆ ਜਾਂਦਾ ਹੈ, ਤਾਂ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਮਾਪਿਆ ਜਾਂਦਾ ਹੈ। ਉਸ ਦਾ ਪੂਰਾ ਪ੍ਰੋਪਰ ਲੰਬਾਈ ਜਿਹੜੀ ਹੈ ਮਾਪੀ ਜਾਂਦੀ ਹੈ। ਨੈਕਸਟ ਹੈ ਬੋਡੀ ਮਾਸ ਇੰਡੈਕਸ BMI। ਇਹ ਵੀ ਕੰਪੋਸ਼ਨ ਦੀ ਸਥਿਤੀ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦਾ ਹੈ। ਇਹ ਇੱਕ ਮਹੱਤਵਪੂਰਨ ਮਾਪਦੰਡ ਹੈ ਜੋ ਸਧਾਰਨ ਵਾਧੇ ਜਾਂ ਇਸ ਦੇ ਵਿਗਾੜਾਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦਾ ਹੈ, ਅਰਥਾਤ ਕੁਪੋਸ਼ਣ ਹੈ ਜਾਂ ਮੋਟਾਪਾ। ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਅਸੀਂ ਕਿਤੇ ਮੋਟਾਪੇ ਵਿੱਚ ਤਾਂ ਨਹੀਂ ਆ ਰਹੇ ਜਾਂ ਅਸੀਂ ਕਿਤੇ ਕੁਪੋਸ਼ਣ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਇਹ ਫਿਜ਼ੀਕਲ ਗਰੋਥ ਦਾ ਇੱਕ ਇੰਪੋਰਟੈਂਟ ਐਸਪੈਕਟ ਹੈ। ਇਸ ਨੂੰ ਮਾਪਣ ਦਾ ਤਰੀਕਾ ਹੈ ਬੋਡੀ ਮਾਸ ਇੰਡੈਕਸ ਨੂੰ ਮਾਪਣ ਦਾ ਤਰੀਕਾ ਹੈ ਭਾਰ ਕਿਲੋਗ੍ਰਾਮਾਂ ਵਿੱਚ ਬਟਾ ਕੱਦ ਮੀਟਰ ਸਕੁਏਅਰ ਵਿੱਚ। BMI 5 ਸਾਲ ਦੀ ਉਮਰ ਤੱਕ ਠੀਕ ਰਹਿੰਦਾ ਹੈ। ਜੇ BMI 30 kg ਮੀਟਰ ਸਕੁਏਅਰ ਤੋਂ ਵੱਧ ਹੈ ਤਾਂ ਇਸ ਦਾ ਮਤਲਬ ਤੁਸੀਂ ਮੋਟਾਪੇ ਵਿੱਚ ਹੋ, ਅਤੇ ਜੇ ਇਹ 15 ਕਿਲੋਗ੍ਰਾਮ ਮੀਟਰ ਸਕੁਏਅਰ ਤੋਂ ਘੱਟ ਹੈ ਤਾਂ ਤੁਸੀਂ ਕੁਪੋਸ਼ਣ ਦੇ ਸ਼ਿਕਾਰ ਹੋ। ਇਸ ਦਾ ਮਤਲਬ ਹੈ ਕਿ BMI ਹੈ ਜੋ 15 ਤੋਂ 30 ਦੇ ਵਿਚਕਾਰ ਹੈ, ਜੋ ਨੋਰਮਲ ਹੈ। BMI ਕੈਟੇਗਰੀਜ਼। ਅੰਡਰਵੇਟ 18.5। ਜੇਕਰ ਤੁਹਾਡਾ BMI 18.5 ਹੈ ਜਾਂ ਇਸ ਤੋਂ ਘੱਟ ਹੈ ਤਾਂ ਇਸ ਦਾ ਮਤਲਬ ਹੈ ਤੁਸੀਂ ਅੰਡਰਵੇਟ ਹੋ। ਨਾਰਮਲ ਵੇਟ 18.5 ਤੋਂ 24.9 ਤੱਕ BMI ਦੇ ਵਿੱਚ ਆਉਂਦਾ ਹੈ। ਓਵਰਵੇਟ 25 ਤੋਂ 29.9 ਤੱਕ। ਓਬਸਿਟੀ BMI of 30 ਔਰ ਗ੍ਰੇਟਰ। ਓਬਸਿਟੀ ਮੀਨਸ ਤੁਸੀਂ ਬਹੁਤ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੋ। ਜੇਕਰ ਤੁਹਾਡਾ BMI 30 ਜਾਂ ਉਸ ਤੋਂ ਉੱਪਰ ਆ ਰਿਹਾ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੋ। ਨੈਕਸਟ ਹੈ ਸਿਰ ਦਾ ਘੇਰਾ। ਸਿਰ ਦਾ ਘੇਰਾ। ਅਸੀਂ ਸਿਰ ਦਾ ਘੇਰਾ ਮਾਪ ਕੇ ਉਸ 'ਤੇ ਬੱਚੇ ਦੇ ਦਿਮਾਗ ਦੇ ਵਿਕਾਸ ਦਾ ਪਤਾ ਲਗਾ ਸਕਦੇ ਹਾਂ। ਇਹ ਦਿਮਾਗ ਦੇ ਵਾਧੇ ਅਤੇ ਇੰਟਰਕੈਨਲ ਵਿਲੀਅਮ ਦੇ ਵਿਕਾਸ ਨਾਲ ਸੰਬੰਧਿਤ ਹੈ। ਸਿਰ ਦਾ ਘੇਰਾ ਜਨਮ ਦੇ ਸਮੇਂ ਲਗਭਗ 35 ਸੈਂਟੀਮੀਟਰ ਹੁੰਦਾ ਹੈ। ਸਿਰ ਦਾ ਘੇਰਾ ਮਾਪ ਕੇ ਅਸੀਂ ਬੱਚੇ ਦੇ ਨਿਊਰੋਲੋਜੀਕਲ ਡਿਵੈਲਪਮੈਂਟ ਬਾਰੇ ਪਤਾ ਕਰ ਸਕਦੇ ਹਾਂ ਕਿ ਉਸ ਦਾ ਜਿਹੜਾ ਵਿਕਾਸ ਹੈ ਦਿਮਾਗ ਦਾ ਸਹੀ ਤਰੀਕੇ ਨਾਲ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਹੈ। 3 ਮਹੀਨਿਆਂ ਦੇ ਵਿੱਚ ਜਿਹੜਾ ਸਿਰ ਦਾ ਘੇਰਾ ਹੈ ਲਗਭਗ 40 ਸੈਂਟੀਮੀਟਰ ਹੁੰਦਾ ਹੈ। 6 ਮਹੀਨਿਆਂ ਦੇ ਵਿੱਚ 43 ਸੈਂਟੀਮੀਟਰ, 1 ਸਾਲ ਵਿੱਚ 45 ਸੈਂਟੀਮੀਟਰ, 2 ਸਾਲ ਵਿੱਚ 48 ਸੈਂਟੀਮੀਟਰ, 7 ਸਾਲ ਵਿੱਚ 50 ਸੈਂਟੀਮੀਟਰ ਅਤੇ 12 ਸਾਲ ਦੀ ਉਮਰ ਵਿੱਚ ਇਹ ਲਗਭਗ 52 ਸੈਂਟੀਮੀਟਰ ਹੈ, ਲਗਭਗ ਇੱਕ ਬਾਲਗ ਦੇ ਬਰਾਬਰ ਹੈ। ਸਿਰ ਦਾ ਘੇਰਾ ਸਧਾਰਨ ਫੀਤੇ ਦੁਆਰਾ ਮਾਪਿਆ ਜਾਂਦਾ ਹੈ। ਸਿਰ ਦੇ ਘੇਰੇ ਨੂੰ ਕੰਨ ਦੇ ਉੱਪਰੋਂ ਮਾਪਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ, ਇਸ ਤਰ੍ਹਾਂ ਜਿਹੜਾ ਸਿਰ ਦਾ ਘੇਰਾ ਹੈ ਉਹ ਮਾਪਿਆ ਜਾਂਦਾ ਹੈ। ਜਿਵੇਂ ਦੇਖੋ ਇੱਥੋਂ ਸ਼ੁਰੂ ਹੋਏਗਾ ਇਹ, ਠੀਕ ਹੈ। ਜਿਵੇਂ ਇਸ ਬੱਚੇ ਦੇ ਸਿਰ ਦਾ ਘੇਰਾ 32 ਸੈਂਟੀਮੀਟਰ ਹੈ, ਠੀਕ ਹੈ। ਨੈਕਸਟ ਛਾਤੀ ਦਾ ਘੇਰਾ। ਛਾਤੀ ਦਾ ਘੇਰਾ ਮਾਪਣਾ ਵੀ ਬੱਚੇ ਦੀ ਪੋਸ਼ਣ ਦੀ ਸਥਿਤੀ ਨੂੰ ਦਰਸਾਉਂਦਾ ਹੈ। ਛਾਤੀ ਦਾ ਘੇਰਾ ਜਾਂ ਛਾਤੀ ਦੇ ਵਿਆਸ ਦਾ ਮਾਪ ਵਿਕਾਸ ਦਰ ਅਤੇ ਪੋਸ਼ਣ ਦੀ ਸਥਿਤੀ ਦੇ ਮੁਲਾਂਕਣ ਦਾ ਇੱਕ ਮਹੱਤਵਪੂਰਨ ਮਾਪਦੰਡ ਹੈ। ਜਨਮ ਦੇ ਸਮੇਂ ਇਹ ਸਿਰ ਦੇ ਘੇਰੇ ਨਾਲੋਂ 2 ਜਾਂ 3 ਸੈਂਟੀਮੀਟਰ ਘੱਟ ਹੁੰਦਾ ਹੈ, ਯਾਨੀ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਦਾ ਸਿਰ ਦਾ ਘੇਰਾ ਛਾਤੀ ਦੇ ਘੇਰੇ ਨਾਲੋਂ ਜ਼ਿਆਦਾ ਹੁੰਦਾ ਹੈ। 6 ਤੋਂ 12 ਮਹੀਨੇ ਦੀ ਉਮਰ ਵਿੱਚ ਦੋਵੇਂ ਜਿਹੜੇ ਹਨ ਸਿਰ ਤੇ ਛਾਤੀ ਦਾ ਘੇਰਾ ਜਿਹੜਾ ਹੈ ਬਰਾਬਰ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਹੈ ਬੱਚੇ ਦੀ ਉਮਰ ਦੇ ਪਹਿਲੇ ਸਾਲ ਤੋਂ ਬਾਅਦ ਛਾਤੀ ਦਾ ਘੇਰਾ ਸਿਰ ਦੇ ਘੇਰੇ ਤੋਂ 2.5 ਸੈਂਟੀਮੀਟਰ ਅਤੇ 5 ਸਾਲ ਦੀ ਉਮਰ ਤੱਕ ਸਿਰ ਦੇ ਘੇਰੇ ਨਾਲੋਂ 5 ਸੈਂਟੀਮੀਟਰ ਵੱਡਾ ਹੁੰਦਾ ਹੈ। ਇਸ ਤਰ੍ਹਾਂ ਅਸੀਂ ਜਿਹੜਾ ਹੈ ਬੱਚੇ ਦੀ ਛਾਤੀ ਦਾ ਘੇਰਾ ਹੈ ਜੋ ਮਾਪ ਸਕਦੇ ਹਾਂ। ਨੈਕਸਟ ਹੈ ਮੱਧ ਅੱਪਰ ਆਰਮ ਚੱਕਰਬੰਦੀ, ਮਿਡ ਅੱਪਰ ਆਰਮ ਸਰਕਮਫਰੈਂਸ। ਇਹ ਮਾਪ ਛੋਟੇ ਬੱਚਿਆਂ ਦੀ ਪੋਸ਼ਣ ਸੰਬੰਧੀ ਸਥਿਤੀ ਦਾ ਮੁਲਾਂਕਣ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਦੇ ਦੁਆਰਾ ਵੀ ਅਸੀਂ ਬੱਚੇ ਦੀ ਕੁਪੋਸ਼ਣ ਦੀ ਸਥਿਤੀ ਦਾ ਮੁਲਾਂਕਣ ਕਰ ਸਕਦੇ ਹਾਂ ਕਿ ਕਿਤੇ ਬੱਚਾ ਕੁਪੋਸ਼ਣ ਦਾ ਸ਼ਿਕਾਰ ਤਾਂ ਨਹੀਂ ਹੈ।
ਮਿਡ ਅਪਰ ਆਰਮ ਸਰਕਮਫਰੈਂਸ ਜਿਹੜਾ ਹੈ ਜਨਮ ਸਮੇਂ ਬੱਚੇ ਦੇ 11 ਤੋਂ 12 ਸੈਂਟੀਮੀਟਰ ਹੁੰਦਾ ਹੈ। 1 ਸਾਲ ਦੀ ਉਮਰ ਵਿੱਚ 12 ਤੋਂ 16 ਸੈਂਟੀਮੀਟਰ ਹੁੰਦਾ ਹੈ। 1 ਤੋਂ 5 ਸਾਲ ਦੀ ਉਮਰ ਵਿੱਚ 16 ਤੋਂ 17 ਸੈਂਟੀਮੀਟਰ ਹੁੰਦਾ ਹੈ। 12 ਸਾਲ ਦੀ ਵਿੱਚ ਇਹ 17 ਤੋਂ 18 ਸੈਂਟੀਮੀਟਰ ਹੁੰਦਾ ਹੈ। 15 ਸਾਲ ਵਿੱਚ 20 ਤੋਂ 21 ਸੈਂਟੀਮੀਟਰ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਹੈ ਮਿਡ ਅਪਰ ਆਰਮ ਸਰਕਮਫਰੈਂਸ ਹੈ ਜਿਹੜਾ ਮਾਪਿਆ ਜਾਂਦਾ ਹੈ। ਇਹ ਜੋ ਪਾर्ट है आर्म ਦਾ ਇਹ ਮਿਡ पार्ट है। ਇਹ ਜੋ पार्ट है मिड पार्ट है। ठीक है। इस तो ऊपर वाला ਜਿਹੜਾ ਹਿੱਸਾ ਹੈ ਇਸ ਨੂੰ ਮਿਡ ਅਪਰ ਆਰਮ ਕਿਹਾ ਜਾਂਦਾ ਹੈ। ਇਸ ਦਾ ਸਰਕਮਫਰੈਂਸ ਨੂੰ ਮਾਪਣਾ ਜਿਹੜਾ ਹੈ ਉਹ MUAC ਅਖਵਾਉਂਦਾ ਹੈ। ਨੈਕਸਟ ਹੈ ਦੰਦ ਨਿਕਲਣਾ। ਇਹ ਵੀ ਫਿਜ਼ੀਕਲ ਗਰੋਥ ਦਾ ਇੱਕ ਇੰਪੋਰਟੈਂਟ ਐਸਪੈਕਟ ਹੈ। ਇਸ ਤੋਂ ਵੀ ਬੱਚੇ ਦੀ ਗਰੋਥ ਦਾ ਪਤਾ ਲਗਾਇਆ ਜਾ ਸਕਦਾ ਹੈ। ਦੰਦ ਦੇ ਨਿਕਲਣ ਸਮੇਂ ਅਸੀਂ ਲਈ ਇੱਕ ਭਿੰਨਤਾ ਹੈ ਕਿ ਦੰਦ ਆਮ ਤੌਰ ਤੇ ਹੇਠਲੇ ਕੇਂਦਰੀ ਚੀਰਾ ਤੋਂ 6 ਤੋਂ 7 ਮਹੀਨਿਆਂ ਦੀ ਉਮਰ ਵਿੱਚ ਦਿਖਾਈ ਦਿੰਦੇ ਹਨ। ਜੇ ਦੇਖਿਆ ਜਾਵੇ ਤਾਂ ਬੱਚੇ ਦੇ ਦੰਦ ਨਿਕਲਣੇ ਸ਼ੁਰੂ ਕਦੋਂ ਹੁੰਦੇ ਹਨ? 6 ਮਹੀਨੇ ਦੀ ਉਮਰ ਵਿੱਚ। ਇਸ ਵਿੱਚ 15 ਮਹੀਨਿਆਂ ਤੱਕ ਦੀ ਦੇਰੀ ਵੀ ਕੀਤੀ ਜਾ ਸਕਦੀ ਹੈ, ਜਿਸ ਨੂੰ ਦੰਦਾਂ ਲਈ ਆਮ ਸਮੇਂ ਦੇ ਅੰਦਰ ਵੀ ਮੰਨਿਆ ਜਾ ਸਕਦਾ ਹੈ। ਮਤਲਬ 6 ਤੋਂ 15 ਮਹੀਨਿਆਂ ਦੇ ਵਿੱਚ ਜਿਹੜੇ ਬੱਚੇ ਦੇ ਦੰਦ ਹਨ ਉਹ ਆਉਂਦੇ ਹਨ। ਜੇਕਰ 15 ਮਹੀਨੇ ਤੱਕ ਮਤਲਬ ਬੱਚੇ ਦੇ ਦੰਦ ਨਹੀਂ ਆ ਰਹੇ ਤਾਂ ਇਸ ਵਿੱਚ ਥੋੜੀ ਕੋਈ ਮਤਲਬ ਟੈਨਸ਼ਨ ਵਾਲੀ ਗੱਲ ਨਹੀਂ ਹੈ। 15 ਮਹੀਨੇ ਤੱਕ ਜਿਹੜੇ ਬੱਚੇ ਦੇ ਦੰਦ ਹਨ ਉਹ ਆਉਂਦੇ ਹਨ। ਤਾਂ ਇਸ ਦੇ ਨਾਲ ਇੱਕ ਸੰਬੰਧਿਤ ਚਾਰਟ ਹੈ। ਜਿਵੇਂ ਫਸਟ ਹੈ 6 ਤੋਂ 12 ਮਹੀਨੇ ਦੇ ਵਿੱਚ ਇਨਸੀਜ਼ਰ ਟੀਥ ਆਉਣੇ ਸ਼ੁਰੂ ਹੁੰਦੇ ਹਨ। ਇਹਨਾਂ ਦੀ ਗਿਣਤੀ ਇਨਸੀਜ਼ਰ ਟੀਥ ਆਉਣੇ ਸ਼ੁਰੂ ਹੁੰਦੇ ਨੇ। ਇਹਨਾਂ ਦੀ ਗਿਣਤੀ ਜੋ ਹੈ 2 ਤੋਂ 8 ਹੁੰਦੀ ਹੈ। ਫਿਰ 12 ਤੋਂ 15 ਮਹੀਨਿਆਂ ਦੇ ਵਿੱਚ ਫਸਟ ਮੋਰਲ ਆਉਣੇ ਸ਼ੁਰੂ ਹੁੰਦੇ ਹਨ। ਫਸਟ ਮੋਰਲ ਮਤਲਬ ਅਗਲੀਆਂ ਜਾੜਾਂ ਜੋ ਹਨ ਉਹ ਆਉਣੀਆਂ ਸ਼ੁਰੂ ਹੁੰਦੀਆਂ ਹਨ। ਇਹਨਾਂ ਦੀ ਗਿਣਤੀ ਹੈ ਜੋ 8 ਤੋਂ 12 ਹੈ। ਨੈਕਸਟ ਹੈ 15 ਤੋਂ 24 ਮਹੀਨਿਆਂ ਦੇ ਵਿੱਚ ਕੈਨਾਈਨ ਆਉਣੇ ਸ਼ੁਰੂ ਹੁੰਦੇ ਹਨ, ਜਿਨ੍ਹਾਂ ਦੀ ਗਿਣਤੀ 12 ਤੋਂ 16 ਹੈ। ਨੈਕਸਟ 24 ਤੋਂ 30 ਮਹੀਨਿਆਂ ਦੇ ਵਿੱਚ ਸੈਕੰਡਰੀ ਮੋਰਲ ਆਉਣੇ ਸ਼ੁਰੂ ਹੁੰਦੇ ਹਨ, ਜਿਨ੍ਹਾਂ ਦੀ ਗਿਣਤੀ ਜੋ ਹੈ 16 ਤੋਂ 20 ਹੈ। ਠੀਕ ਹੈ। ਸੈਕੰਡਰੀ ਮੋਰਲ ਮਤਲਬ ਪਿਛਲੀਆਂ ਜਾੜਾਂ। ਤਾਂ ਇਸ ਦਾ ਮਤਲਬ ਜਿਹੜੇ ਦੁੱਧ ਦੇ ਦੰਦ ਹਨ ਬੱਚਿਆਂ ਦੇ ਉਹਨਾਂ ਦੀ ਕੁੱਲ ਗਿਣਤੀ ਕਿੰਨੀ ਹੁੰਦੀ ਹੈ? 20 ਹੁੰਦੀ ਹੈ। ਠੀਕ ਹੈ। ਉਹਨਾਂ ਦੀ ਕੁੱਲ ਗਿਣਤੀ ਕਿੰਨੀ ਹੁੰਦੀ ਹੈ? 20 ਹੁੰਦੀ ਹੈ, ਜੋ 30 ਮੰਥਸ ਦੇ ਵਿੱਚ ਆਉਂਦੇ ਹਨ ਤੇ ਇਹਨਾਂ ਦੀ ਗਿਣਤੀ 20 ਹੁੰਦੀ ਹੈ। ਨੈਕਸਟ ਹੈ ਪਰਮਾਨੈਂਟ ਟੀਥ। 6 ਤੋਂ 7 ਸਾਲ ਦੀ ਉਮਰ ਵਿੱਚ ਜਿਹੜੇ ਫਸਟ ਪਰਮਾਨੈਂਟ ਮੋਲਰਸ ਆਉਣੇ ਸ਼ੁਰੂ ਹੁੰਦੇ ਹਨ, ਜਿਨ੍ਹਾਂ ਦੀ ਗਿਣਤੀ ਹੈ ਜੋ 24 ਹੁੰਦੀ ਹੈ। ਫਿਰ ਜਿਹੜੇ ਰਿਪਲੇਸਮੈਂਟ ਆਫ 7 ਤੋਂ 10 ਸਾਲ ਦੇ ਵਿੱਚ ਰਿਪਲੇਸਮੈਂਟ ਆਫ ਟੈਂਪਰੇਰੀ ਜਿਹੜੇ ਦੁੱਧ ਵਾਲੇ ਦੰਦ ਹਨ ਉਹ ਪਰਮਾਨੈਂਟ ਟੀਥ ਦੇ ਵਿੱਚ ਦੁੱਧ ਵਾਲੇ ਦੰਦ ਜਿਹੜੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਿਹੜੇ ਪਰਮਾਨੈਂਟ ਟੀਥਸ ਨੇ ਉਹ ਆਉਣੇ ਸ਼ੁਰੂ ਹੋ ਜਾਂਦੇ ਹਨ। 10 ਤੋਂ 12 ਸਾਲ ਦੀ ਉਮਰ ਵਿੱਚ ਵੀ ਰਿਪਲੇਸਮੈਂਟ ਆਫ ਟੈਂਪਰੇਰੀ ਮੋਲਰ ਬਾਏ ਪ੍ਰੀ ਮੋਲਰਸ। ਨੈਕਸਟ ਹੈ 12 ਤੋਂ 15 ਸਾਲ ਦੀ ਉਮਰ ਦੇ ਵਿੱਚ ਸੈਕੰਡਰੀ ਪਰਮਾਨੈਂਟ ਮੋਲਰਸ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਜੋ ਹੈ 28 ਹੈ। ਨੈਕਸਟ 16 ਸਾਲ ਦੀ ਉਮਰ ਵਿੱਚ ਥਰਡ ਪਰਮਾਨੈਂਟ ਮੋਲਰਸ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਜੋ ਹੈ 32 ਹੈ ਤੇ ਅਕਲ ਜਾੜ ਵੀ ਇਸ ਦੇ ਵਿੱਚ ਸ਼ਾਮਿਲ ਹੁੰਦੀ ਹੈ। ਨੈਕਸਟ ਹੈ ਵਿਕਾਸ ਦਾ ਮੁਲਾਂਕਣ। ਇਹ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਸ ਦੇ ਬਹੁਤ ਸਾਰੇ ਪੱਖ ਹਨ। ਜਿਹੜੇ ਮੁੱਖ ਪੱਖ ਹਨ ਉਹ ਹੇਠ ਲਿਖੇ ਅਨੁਸਾਰ ਹਨ, ਜਿਵੇਂ ਕੁੱਲ ਕਿਰਿਆਤਮਕ ਵਿਕਾਸ, ਵਧੀਆ ਕਿਰਿਆਤਮਕ ਸਕਿੱਲ ਡਿਵੈਲਪਮੈਂਟ, ਵਿਅਕਤੀਗਤ ਅਤੇ ਸਮਾਜਿਕ ਵਿਕਾਸ, ਫਿਰ ਹੈ ਭਾਸ਼ਾ ਦਾ ਵਿਕਾਸ, ਦ੍ਰਿਸ਼ਟੀ ਅਤੇ ਸੁਣਵਾਈ। ਹੁਣ ਅਸੀਂ ਇਹਨਾਂ ਨੂੰ ਅਲੱਗ-ਅਲੱਗ ਡਿਟੇਲ ਵਿੱਚ ਪੜ੍ਹਾਂਗੇ। ਫਸਟ ਹੈ ਗ੍ਰੋਸ ਮੋਟਰ ਡਿਵੈਲਪਮੈਂਟ, ਕੁੱਲ ਕਿਰਿਆਤਮਕ ਵਿਕਾਸ। ਮੋਟਰ ਡਿਵੈਲਪਮੈਂਟ ਪ੍ਰੋਗਰੈਸ ਇਨ ਐਨ ਆਰਡਰਲੀ ਸੀਕੁਐਂਸ ਟੂ ਅਲਟੀਮੇਟ ਅਟੇਨਮੈਂਟ ਆਫ ਲੋਕੋਮੋਸ਼ਨ। ਲੋਕੋਮੋਸ਼ਨ ਮੀਨਸ ਸਰੀਰ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਾ। ਐਂਡ ਮੋਰ ਕੰਪਲੈਕਸ ਮੋਟਰ ਟਾਸਕਸ ਦੇਅਰ ਆਫਟਰ ਇਨ ਐਨ ਇਨਫੈਂਟ ਇਟ ਇਜ਼ ਅਸੈਸਡ ਐਂਡ ਓਬਜ਼ਰਵਡ ਐਜ਼ ਫੋਲੋਜ਼। ਤਾਂ ਮਤਲਬ ਜਿਵੇਂ ਬੱਚਾ ਜਿਹੜਾ ਆਪਣੇ ਸਰੀਰ ਨੂੰ ਕਿਵੇਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾ ਰਿਹਾ। ਠੀਕ ਹੈ। ਸਾਨੂੰ ਉਹਦਾ ਏਜ ਵਾਈਜ਼ ਜਿਹੜੀ ਉਹਦੀ ਮੋਟਰ ਡਿਵੈਲਪਮੈਂਟ ਹੈ ਉਹਨੂੰ ਦੇਖਣਾ ਚਾਹੀਦਾ ਹੈ। ਨੀਚੇ ਇੱਕ ਚਾਰਟ ਦੁਆਰਾ ਜਿਵੇਂ ਦੱਸਿਆ ਗਿਆ ਹੈ ਕਿ 3 ਮੰਥ ਦਾ ਬੱਚਾ ਜਿਹੜਾ ਹੈ ਉਹ ਨੈਕ ਹੋਲਡਿੰਗ ਯਾਨੀ ਕਿ ਧੌਣ ਹਿਲਾਉਣਾ ਸ਼ੁਰੂ ਕਰਦਾ ਹੈ। 5 ਮੰਥਸ ਦਾ ਬੱਚਾ ਰੋਲਸ ਓਵਰ ਰੁੜਨਾ ਸ਼ੁਰੂ ਕਰਦਾ ਹੈ। 6 ਮੰਥਸ ਦਾ ਬੱਚਾ ਜਿਹੜਾ ਸਿਟ ਵਿਦ ਔਨ ਸਪੋਰਟ ਆਪਦੀ ਸਪੋਰਟ ਨਾਲ ਜਿਹੜਾ ਹੈ
बैठना शुरू कर दिंदा है। 8 मंथ का बच्चा जिहड़ा है सिटिंग विदाउट सपोर्ट, ठीक है। थोड़ी जिहड़ा 6 मंथ का बच्चा है वो थोड़ा बहुता सपोर्ट नाल बैठना शुरू करेगा, और जिहड़ा 8 मंथ्स का बच्चा है वो बिना सपोर्ट तो जिहड़ा है बैठना शुरू करेगा। 9 मंथ्स का बच्चा स्टैंडिंग होल्डिंग ऑन विद सपोर्ट, ठीक है, तो खड़ा होना शुरू हो जाएगा, थोड़ी बहुती सपोर्ट की जरूरत होंदी है। जो 12 मंथ्स का बच्चा है क्रीप वेल स्टैंड विदाउट सपोर्ट, ठीक है, अच्छी तरह रुड़ना सीख जाता है तो विदाउट सपोर्ट जिहड़ा है खड़ना शुरू हो जाता है। 15 मंथ्स का बच्चा जिहड़ा है वॉक्स अलोन क्रीप्स अपस्टेयर्स, कल्ला तुरना शुरू कर दिंदा है तो अपस्टेयर्स ते यानी कि रुड़ के अपस्टेयर्स जाना शुरू कर दिंदा है। 8 मंथ्स का बच्चा जिहड़ा है रन दौड़ना शुरू कर दिंदा है। 2 ईयर्स का बच्चा जिहड़ा है वॉक्स अप एंड डाउन स्टेयर्स सीढ़ियाँ चढ़ना उतरना शुरू कर दिंदा है। 3 ईयर्स का बच्चा राइड्स ट्राई साइकिल, 3 साल का बच्चा जिहड़ा 3 टायरां वाला जिहड़ा साइकिल है चलाना शुरू कर दिंदा है। 4 ईयर्स का बच्चा जिहड़ा है होप्स ऑन 1 फुट अल्टरनेटिव फीट गोइंग डाउन स्टेयर्स, मतलब वो एक पैर ते खड़ सकता है 4 साल का बच्चा, और अच्छी तरह जिहड़ा है अपस्टेयर्स वगैरह जाना शुरू कर दिंदा है। नैक्सट है वधिया मोटर हुनर विकास। सीरियोसमेंट एडजस्टमेंट के नाल अखां दा तालमेल, हत्थ की कोआर्डीनेशन, हत्थ तो मूँह तालमेल, हत्थ की कुशलता नूं उंगली के अंगूठे की जगह के रूप में समझ और ड्रैसिंग। इसका मतलब है कि जिहड़ा बच्चा है उसके अखां दा तालमेल किवें दा है, ठीक है, उस सही तरीके नाल उसदी अखां दा विकास होया जां नहीं होया। हत्थां दी कोआर्डीनेशन, जे मान लो तुसीं उहनूं कोई चीज़ कैच करवा रहे हो तो उसदी हत्थां दी कोआर्डीनेशन की है। हत्थ ते मूँह का तालमेल, बच्चा कोई चीज़ चक के आपदे मूँह विच पा रहा है, वो सही तरीके नाल कर रहा है जां नहीं। हत्थां दी कुशलता, उसदी हत्थां विच जिहड़ी कुशलता है प्रॉपर है जां नहीं, ठीक है। उंगली ते अंगूठे की जगह प्रॉपर है जां नहीं, ठीक है, उसनूं प्रॉपर समझ है जां नहीं। ड्रैसिंग मीनस उसनूं जे मान लो कोई टॉयलेट वगैरह जा रहा है तो उसनूं प्रॉपर ड्रैसिंग दा समझ है जां नहीं, ठीक है। ये सारिया चीज़ां जिहड़ियां हैं उहदियां फाइन मोटर स्किल डिवेलपमेंट विच आ जांदियां हन। नैक्सट है निजी ਅਤੇ समाजिक विकास। निजी ਅਤੇ समाजिक विकास ਵਿੱਚ उसकी अपनी समाजिक ਅਤੇ ਸੱਭਿਆਚਾਰਕ स्थिति प्रति परिपक्वता ਅਤੇ वातावरण उत्तेजना ਦੇ ਨਾਲ निजी प्रतिक्रम शामिल ਹੁੰਦੇ ਹਨ। ਇਹ ਸਮਾਜਿਕ ਮੁਸਕਾਨ ਮਾਂ ਦੀ ਪਛਾਣ, ਖਿਡੌਣਿਆਂ ਦੀ ਵਰਤੋਂ ਦੇ ਤੌਰ ਅਤੇ ਆਪਸੀ ਅਤੇ ਸਮਾਜਿਕ ਹੁਨਰ ਨਾਲ ਸੰਬੰਧਿਤ ਹੈ। ਇਸ ਵਿੱਚ ਜਿਹੜਾ ਹੈ ਬੱਚਾ ਆਪਣੀ ਮਾਂ ਦੀ ਪਹਿਚਾਣ ਉਸਨੂੰ ਹੈ ਜਾਂ ਨਹੀਂ, ਉਹ ਦਾਦਾ ਦਾਦੀ ਦੇ ਪੈਰ ਵਗੈਰਾ ਛੂ ਰਿਹਾ ਹੈ ਜਾਂ ਨਹੀਂ, ਠੀਕ ਹੈ, ਉਸਦੀ ਆਪਣੀ ਸਮਾਜ ਵਿੱਚ ਕੀ ਸਥਿਤੀ ਹੈ ਤੇ ਉਸਦੀ ਆਪਦੀ ਨਿੱਜੀ ਕੀ ਸਥਿਤੀ ਹੈ, ਇਸ ਬਾਰੇ ਜਿਹੜਾ ਹੈ उसने जी ग्रोथ ते डिवेलपमेंट है समाजिक और निजी तौर पर किवें हो रही है। नैक्सट है लैंगुएज डिवेलपमेंट। लैंगुएज डिवेलपमेंट विच असीं पढ़ांगे कि जिहड़ा 1 मंथ का बच्चा है उसनूं अलर्ट्स टू साउंड, उसनूं साउंड्स की जानकारी हुंदी है, ठीक है, उसनूं आवाज़ां की पहचान है, ठीक है। 3 मंथ के बच्चे नूं कोस म्यूजिकल वोवल साउंड जिवें आ ए ई, ठीक है, वोवल साउंड बोलना शुरू कर दिंदा है। 4 मंथ्स का बच्चा जिहड़ा लाफ लाउड, जिहड़ा 4 मंथ का बच्चा जिवें पहला मुस्कुरा रहा हुंदा तो उहदी हसन की आवाज़ आनी शुरू हो जाती है। नैक्सट 6 मंथ का बच्चा है जिहड़ा मोनोसिलेबल यानी कि बा दा पा, एक मात्रा वाले शब्द जिवें बा दा पा बोलना शुरू कर दिंदा है। 9 मंथ्स का बच्चा जिहड़ा है बिसी लेबल्स यानी कि मामा बाबा दादा, ठीक है, 2 शब्दों के मेल वाले जिहड़े शब्द ने वो बोलना शुरू कर दिंदा है। 12 महीने का बच्चा जिहड़ा है 1 तो 2 वर्ड्स विद मीनिंग यानी कि 1-2 वर्ड्स जिहड़े बोलना शुरू कर दिंदा है। 18 महीने का बच्चा जिहड़ा 8 तो 10 वर्ड की वोकैबलरी जिहड़ी उहदी है इनक्रीज़ हो जाती है, उसनूं 8 तो 10 वर्ड्स की जानकारी जिहड़ी हो जाती है। 2 ईयर्स का बच्चा जिहड़ा है वो 2-3 वर्ड्स विद सेंटेंसिस यानी कि प्रॉपर बोलना शुरू कर दिंदा है, और जिहड़ा 3 ईयर्स का बच्चा है वो क्वेश्चंस पूछने शुरू कर दिंदा है। 4 ईयर्स का बच्चा जिहड़ा है सॉन्ग्स ते पोइम्स स्टोरीज बोलना शुरू कर दिंदा है, और जिहड़ा 5 ईयर्स का बच्चा है वो मीनिंग्स वगैरह पूछने जिहड़े शुरू कर दिंदा है। नैक्सट है विकास का मूल्यांकन। सेहतमंद विकास सारे रूपों में खासकर समाजिक भावात्मक संचार और व्यवहार की हरेक चंगी मुलाकात में स्क्रीनिंग द्वारा मापियां और डॉक्टरों द्वारा निगरानी की जानी चाहिए है। यानी कि विकास के सही मुलांकन लिए जिहड़े असी उपर जिहड़े पक्ष पढ़े हैं उन्होंने प्रॉपरली चैक करना चाहिए है, ठीक है, मापियां और डॉक्टर द्वारा कि बच्चे की जिहड़ी ग्रोथ है वो प्रॉपर तरीके नाल हो रही है जां नहीं, ठीक है, वो चंगी तरह उसका विकास है जिहड़ा वो हो रहा है जां नहीं हो रहा। सो एज अ टीचर इन्हां सारे एस्पैक्ट्स का जिहड़ा आपां नूं भी पता होना चाहिए है। तो मैनूं उम्मीद है कि तुहानूं जिहड़ी मेरी वीडियो है पसंद आई होवेगी। सो थैंक यू।